सतनाम वाहिगुरु साहिब जियो। पौड़ी साहिब होए दयाल, कृपा करे ता साई कार कराए सी। सो सेवक सेवा करे, जिसनो हुक्म मनाए सी। साहिब होए दयाल, कृपा करे ता साई कार कराए सी। सो सेवक सेवा करे, जिसनो हुक्म मनाए सी। हुक्म मन्या हुए परवान, ता खसम का महल पाए सी। खसम पावे सो करे, मन हो चिंदिया सो फल पाए सी। तां दरगाह पैंदा जाए सी। खसम पावे सो करे, मनो चिंदिया सो फल पाए सी। तां दरगाह पैंदा जाए सी। वाहिगुरु जी का खालसा, वाहिगुरु जी की फतेह। गरीब नवाज सतगुरु शतर चबर तखत के मालिक सच्चे पातशाह श्री गुरु ग्रंथ साहिब जी की पावन पवित्र चरण शरण विच जुड़ बैठे गुरु सवारे सत्संगी जनों, अमोलक घड़ियां अकाल पुरख वाहिगुरु ने बख्शिश कीतियां हन। गुरु के चरणों में बैठने का सुभाग समा प्राप्त होया। आसा दी वार विच 15 नंबर पौड़ी जो कि आप जी ने सरवण की है, इस विच हजूर ने सेवक दी जीवन शैली किवें दी है, सेवक किवें सेवा करता है, किवें सेवा करनी चाहिए है और केड़ी सेवा प्रवान हुंदी है, इस संबंध दे विच सेवा करने वाले नूं सुचेत किया है। साहब कहते ने असल विच सेवा उही करदा है जिहदे ते वाहिगुरू आप दयाल हो जाए, कृपा करदा है। उन्होंने उस तरह की मत अंदर भरदा है, बख्शिश कर देंदा, जाच दस देंदा तरीका। जे उस मत ना बख्शे तो बहुती बारी हुंदा है सेवा करके असी गवा लेने। सेवा कीती ते उन्होंने काम समझ लिया, सेवा नूं समझ लिया भी एक काम है, वो परोपकार नहीं रहिंदा। फिर वो एक संसारक काम वर्गा बन जाता है भी मैं इन्ना काम कीता है धर्म वास्ते, गुरु वास्ते, गुरुद्वारे वास्ते। वो जदों उहदे नाल मैं जुड़दी है तो मैं ही सब तो वड्डी मैल है। मैल शब्द बने ही मैल तो। किसी भी काम दे विच मैल घुलनी होवे उत्थे मैं नाल जोड़ दईए, वो मैला हो जाए। हाँ मैला गुरु साहब ने कहा, सुखमणी साहब पढ़ के देखो, जिवें बाहर दी मैल शरीर नूं लगदी ना, सड़क तो मिट्टी उड़दी जां होर कई प्रकार दी मैल है, ते जदों अंदर दी मैल दी गल चलेगी गुरबाणी विच भी अंदर दी मैल ला जां मैल तो, इस तरह के विचार आउणगे ते उत्थे कोई मिट्टी नहीं है, उत्थे होर कोई मैल नहीं, उत्थे मैल सब तो वड्डी हौमा है। तां ही गुरु अर्जन देव पातशाह ने कहा हौं मैला, अहंकार हुंदा ही मैला है, उहनूं धोता जा ही नहीं सकदा।
ਹਉ ਮੈਲਾ ਮਲ ਕਬੂ ਨਾ ਧੋਵੈ। ਕਹਿੰਦੇ ਮੈਲ ਦੇ ਉੱਤੋਂ ਮੈਲ ਕੀ ਧੋਵੋਗੇ? ਜੇ ਪਹਿਲੇ ਹੀ ਮੈਲ ਹੈ, ਮੈਲ ਨੂੰ ਜਿੰਨਾ ਮਰਜ਼ੀ ਸਾਬਣ ਲਾਓ ਉਹਨੇ ਤੇ ਫਿਰ ਮੈਲ ਰਹਿਣਾ। ਉਹਨੂੰ ਤੇ ਵਿੱਚੋਂ ਕੱਢਣਾ ਪਏਗਾ, ਬਾਹਰ ਬਾਹਰ ਕੱਢਣਾ ਪਏਗਾ, ਤਾਂ ਅੰਦਰੋਂ ਉਜਲ ਵਸਤੂ ਨਿਕਲੇਗੀ ਜਿਹੜੀ ਚਮਕਦੀ ਪਈ ਹੈ ਸਾਡੇ ਵਿੱਚ। ਹਰ ਇੱਕ ਮਨੁੱਖ ਦੇ ਜੀਵਨ ਦੇ ਅੰਦਰ ਇੱਕ ਚਮਕਦੀ ਹੋਈ ਪ੍ਰਭੂ ਦੀ ਬਖਸ਼ਿਸ਼ ਰੂਪੀ ਇੱਕ ਦਾਤ ਹੈ, ਇੱਕ ਹੀਰਾ ਹੈ, ਪਰ ਉਹਦੀ ਚਮਕ ਦੇ ਉੱਤੇ ਮੈਂ ਦੀ ਮੈਲ ਦੇ ਪਰਤਾਂ ਚੜ ਗਈਆਂ। ਸਾਡਾ ਜਿਹੜਾ ਅੰਦਰ ਦਾ ਅਭਿਆਸ ਹੈ ਉਹ ਹੀ ਕਹਿੰਦਾ ਹੈ ਕਿ ਮੈਂ ਇਹ ਕਰ ਰਿਹਾ, ਮੈਂ ਉਹ ਕਰ ਰਿਹਾ। ਕੱਲਾ ਸੰਸਾਰ ਨਹੀਂ, ਧਾਰਮਿਕ ਜਗਤ ਵਿੱਚ ਵੀ ਇਹੀ ਵਾਪਰਦਾ। ਇਹਦੇ ਵਿੱਚ ਵੀ ਇਹ ਸਭ ਕੁਝ ਚੱਲਦਾ ਹੈ ਕਿ ਮਨੁੱਖ ਅੰਦਰੋਂ ਪੱਕਾ ਕਰ ਲੈਂਦਾ ਹੈ ਕਿ ਮੈਂ ਇਹ ਕੀਤਾ ਹੈ। ਇਸ ਕਰਕੇ ਸਤਿਗੁਰੂ ਨੇ ਤੂੰ ਦੀ ਗੱਲ ਕੀਤੀ ਬਾਣੀ ਵਿੱਚ। ਇੱਥੋਂ ਗੱਲ ਸ਼ੁਰੂ ਹੁੰਦੀ ਹੈ, ਹਮ ਤੋਂ ਗੱਲ ਸ਼ੁਰੂ ਹੁੰਦੀ ਹੈ ਤੇ ਤੁਮ ਤੇ ਜਾ ਕੇ ਖਤਮ ਹੁੰਦੀ ਹੈ। ਆ ਭਗਤ ਰਵਿਦਾਸ ਜੀ ਕਹਿੰਦੇ ਹਮ ਸਰ ਦੀਨ ਦਇਆਲ ਨਾ ਤੁਮ ਸਰ। ਇੱਥੇ ਵੀ ਹਮ ਤੇ ਤੁਮ ਸ਼ਬਦ ਆਇਆ। ਇਹ ਯਾਤਰਾ ਹਮ ਤੋਂ ਸ਼ੁਰੂ ਹੁੰਦੀ ਹੈ ਤੇ ਤੁਮ ਤੱਕ ਚਲੀ ਜਾਏ ਤੇ ਸਫਲ ਹੋ ਗਈ। ਜੇ ਰਾਹ ਵਿੱਚ ਰਹਿ ਗਈ ਤੇ ਬਸ ਫਿਰ ਰਾਹ ਵਿੱਚ ਰਹਿ ਗਈ। ਇਹਨੂੰ ਕਹਿੰਦੇ ਨੇ ਤੂੰ ਤੱਕ ਜਾਣਾ। ਤੂੰ ਕਰਤਾ ਤੂੰ ਹੁਆ। ਬਸ ਆਪਣੇ ਆਪ ਨੂੰ ਮਿਟਾਉਣਾ ਹੀ ਸਿੱਖੀਏ, ਆਪਣੇ ਆਪ ਨੂੰ ਲੀਨ ਕਰ ਦੇਣਾ, ਆਪਣੇ ਆਪ ਦੇ ਹੰਕਾਰ ਨੂੰ ਤੋੜਨਾ। ਜਿਸ ਵੇਲੇ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਗਿਆ ਕਿ ਤੁਸੀਂ ਮਾਰਗ ਦੱਸੋ, ਇੱਕ ਗੁਰਸਿੱਖ ਪੁੱਛਦਾ ਹੈ ਕਿ ਮੈਂ ਮਾਰਗ ਦੇਹੋ ਬਤਾਏ ਜੀਓ। ਰਾਹ ਦੱਸੋ ਮੈਨੂੰ, ਕਿਹੜੇ ਰਾਹ ਤੇ ਤੁਰਾਂ, ਕਿਉਂਕਿ ਇਕੱਲਾ ਤੁਰਨਾ ਕਾਫੀ ਨਹੀਂ, ਰਾਹ ਲੱਭਣਾ ਬੜਾ ਜ਼ਰੂਰੀ ਹੈ। ਤੁਰਦੇ ਬੜੇ ਲੋਕ ਨੇ, ਤੁਰਨ ਨਾਲ ਕਦੀ ਮਸਲੇ ਹੱਲ ਨਹੀਂ ਹੁੰਦੇ। ਕੋਈ 4 ਕਦਮ ਇੱਧਰ ਤੁਰੇ, 4 ਉੱਧਰ, 4 ਉੱਧਰ, ਕਿੱਥੇ ਪਹੁੰਚੇਗਾ? ਕਿਤੇ ਵੀ ਨਹੀਂ। ਜਪ ਲੈਣਾ, ਸੇਵਾ ਕਰ ਲੈਣੀ, ਸਭ ਕੁਝ ਕਰ ਲੈਣਾ, ਇਹ ਸਿਰਫ ਤੁਰਨਾ ਹੈ। ਪਰ ਅਸੀਂ ਕਿੱਧਰ ਤੁਰ ਰਹੇ ਹਾਂ ਗੁਰੂ ਦੀ ਮੱਤ ਤੋਂ ਬਿਨਾਂ ਸਮਝ ਨਹੀਂ ਆਉਂਦੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ, ਇਹ ਸ਼ਬਦ ਆਉਂਦਾ ਹੈ, ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸੁਣ ਮੀਤਾ ਧੂੜੀ ਕੋ ਬਲ ਜਾਈ, ਇਹ ਮਨ ਤੇਰਾ ਭਾਈ। ਪਾਵ ਮਲੋਵਾਂ ਮਲ ਮਲ ਧੋਵਾਂ, ਇਹ ਮਨ ਤੈ ਕੋ ਦੇਸਾਂ। ਸੁਣ ਮੀਤਾ ਹੋ ਤੇਰੀ ਸਰਨਾਈ, ਆਇਆ ਪ੍ਰਭ ਮਿਲੋਂ ਦੇਹੋ ਉਪਦੇਸ਼ਾ। ਬੜਾ ਪਿਆਰਾ ਸ਼ਬਦ। ਇਹਦੇ ਵਿੱਚ ਆਮ ਤੌਰ ਤੇ ਅਸੀਂ ਇਹਨੂੰ ਇੱਧਰ ਜੋੜ ਦਿੰਦੇ ਹਾਂ ਵੀ ਸਾਰੀ ਦੁਨੀਆ ਉਹਦੀ ਸ੍ਰਿਸ਼ਟੀ, ਇੱਕੋ ਹੀ ਪਿਤਾ ਹੈ ਤੇ ਸਾਰੀ ਉਹਦੀ ਸ੍ਰਿਸ਼ਟੀ। ਇਹਦੇ ਅਰਥ ਇਹ ਨਹੀਂ ਹਨ ਇਸ ਸ਼ਬਦ ਦੇ। ਕਿਉਂਕਿ ਮੈਂ ਕਈ ਵਾਰੀ ਸੋਚਣਾ, ਇਹ ਬੜੀ ਵੱਡੀ ਗਿਆਨਵਾਨ ਕੌਮ ਸੀ ਜਿਨ੍ਹਾਂ ਕਿ ਉਹ ਹੀ ਪੁਰਾਣੇ ਧਰਮਾਂ ਦੀ ਨਕਲ ਕਰਨੀ ਸ਼ੁਰੂ ਕਰ ਦਿੱਤੀ। ਵਿਚਾਰ ਸਾਡੇ ਵਿੱਚ ਬੜੀ ਘੱਟ। ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਇਹ ਸ਼ਬਦ ਦਾ ਦੀਵਾਲੀ ਨਾਲ ਕੋਈ ਸੰਬੰਧ ਨਹੀਂ। ਤੇ ਤੁਸੀਂ ਦੀਵਾਲੀ ਵਾਲੇ ਦਿਨਾਂ ਵਿੱਚ ਸਾਰੇ ਗੁਰਦੁਆਰਿਆਂ 'ਚ ਸ਼ਬਦ ਸੁਣੋਗੇ, ਉਹਦੇ ਅਰਥ ਕੱਢਣਗੇ ਵੀ ਗੁਰੂ ਸਾਹਿਬ ਕਹਿ ਰਹੇ ਨੇ ਦੀਵਾਲੀ ਵਾਲੇ ਦਿਨ ਦੀਵੇ ਬਾਲੋ। ਇਹ ਵੀ ਠੀਕ ਹੈ ਵੀ ਦੀਵੇ ਬਾਲਣ ਤੋਂ ਰੋਕਿਆ ਨਹੀਂ, ਜੇ ਦੀਵਾਲੀ ਨੂੰ ਬਾਲਣੇ ਨੇ ਰੁਕਾਵਟ ਨਹੀਂ ਗੁਰਮਤ ਵਿੱਚ। ਪਰ ਜਿਹੜੇ ਸ਼ਬਦ ਨੂੰ ਅਸੀਂ ਵਰਤ ਰਹੇ ਹਾਂ, ਹਰਿਮੰਦਰ ਸਾਹਿਬ ਵਿੱਚੋਂ ਵੀ ਉਹ ਪੜਿਆ ਜਾ ਰਿਹਾ, ਸਾਰੇ ਗੁਰਦੁਆਰੇ 'ਚ, ਉਹਦਾ ਦੀਵਾਲੀ ਨਾਲ ਕੋਈ ਲੈਣਾ ਦੇਣਾ ਹੈ ਹੀ ਨਹੀਂ। ਉਹ ਤਾਂ ਚੱਲਦਾ ਹੈ, ਲੱਖਾਂ ਦੀ ਗਿਣਤੀ ਵਿੱਚ ਕੈਸਟਾਂ ਵਿਕ ਜਾਂਦੀਆਂ ਨੇ, ਕਿਉਂਕਿ ਅਸੀਂ ਸਿਰਫ ਸੁਣਦੇ ਹਾਂ, ਅਸੀਂ ਵਿਚਾਰਦੇ ਨਹੀਂ। ਇਹ ਵੀ ਜਿਹੜਾ ਸ਼ਬਦ ਹੈ, ਏਕ ਪਿਤਾ ਏਕਸ ਕੇ ਹਮ ਬਾਰਕ, ਇਹਦੇ ਅਰਥ ਇਹ ਨਹੀਂ ਵੀ ਰੱਬ ਇੱਕੋ ਸਾਰਿਆਂ ਦਾ ਪਿਤਾ ਤੇ ਸਾਰੇ ਉਹਦੇ ਪੁੱਤਰ ਨੇ। ਇਹ ਇਸ ਸੰਬੰਧ ਵਿੱਚ ਸ਼ਬਦ ਨਹੀਂ ਉਚਾਰਿਆ ਗਿਆ। ਇਹਦਾ ਅਰਥ ਹੈ ਵੀ ਇੱਕ ਗੁਰਸਿੱਖ ਦੂਸਰੇ ਗੁਰਸਿੱਖ ਨੂੰ ਬੇਨਤੀ ਕਰ ਰਿਹਾ ਹੈ। ਉਹਨੂੰ ਕਹਿੰਦਾ ਵੀ ਆਪਾਂ ਦੋਵੇਂ ਇੱਕੋ ਗੁਰੂ ਦੇ ਪੁੱਤਰ ਹਾਂ। ਇੱਕ ਸਿੱਖ ਦੂਜੇ ਨੂੰ ਬੇਨਤੀ ਕਰਦਾ ਹੈ, ਜਿਹੜਾ ਉਹਦੇ ਤੋਂ ਕੁਝ ਸਮਾਂ ਪਹਿਲਾਂ ਗੁਰੂ ਦੇ ਮਾਰਗ ਤੇ ਤੁਰਿਆ ਹੈ ਤੇ ਉਹਨੇ ਘਾਲਣਾ ਕਰਕੇ, ਬਖਸ਼ਿਸ਼ ਕਰਕੇ, ਸੇਵਾ ਕਰਕੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ ਲਈ।
दूसरा आया उसकी संगत करन लग पिया। जिवें भगत नामदेव जी भगत सन, पहुँच चुके सन ते उन्हां दी संगत करते सन। भगत त्रिलोचन जी वो अजे राह विच सन, उन्हां तों पुछदे रहिंदे सन, संगत करते सन, रोज कोल बहिंदे सन। दर्शन देखण नामदेव भलके उठ त्रिलोचन आवे, रोज आउंदा सी। ते इह भगत बने ही वो जिन्हां ने रोज भगतां दी संगत कीती। कल्ला कोई भगत नहीं बनिया कदी, इकल्ला बन ही नहीं सकता। कल्ला इंजीनियर बनया कभी कोई घर में सारी उम्र बैठा रहे, कल्ला किवें बनेगा? किते उन्होंने जाना पेगा, उन्हां दी संगत करनी पेगी जिथे इंजीनियर बैठे। कभी कोई घर की चार दुआरी विच बैठ के डॉक्टर नहीं बनया। इसे तरह भगती का मार्ग है, कोई कल्ला भगत नहीं बनया अज तक, बड़े कल्ले कल्ले तुरे रहे। तां नामदेव जी दे कोल त्रिलोचन जी आउंदे ने। दर्शन देखण नामदेव भलके उठ त्रिलोचन आवे, उत्थे की करदे ने? भगत करन मिल दोए जने, दोवें जने बह के भगती करदे ने, नाल ते सिमरन करदे ने। ते सिमरन तो बाद एक होर काम करदे ने, वो किहड़ी? नामदेव हर चलत सुनावे। त्रिलोचन नामदेव नूं पुछदा है भी जिहड़ा नाम तुसीं जप रहे हो इहदे विच की है, इहदी वार्ता सुणाओ सन। उत्थे गलबात चलदी। इसे तरह एक गुरसिख दूजे कोल आया ते गुरु अर्जन देव जी शब्द लिख रहे ने। वो कहंदा दूजे गुरसिख नूं जिहड़ा पहला पहुंचिया, उहनूं कहंदा है कि एक पिता, तेरा भी पिता गुरु ग्रंथ साहिब है, तेरा पिता गुरु गोबिंद सिंह है, ते मेरा भी पिता है। गल वखरी है भी तू कामयाब हो गया ते मैं जे राह विच खड़िया है, मैं इस राह ते पूरा नहीं होया। तेरे कोल गुरु दी बरकत आ गई है, इसलिए तू मेरी बेनती सुन। एक सिख कहंदा है एक पिता एक सके हम बारक, तू मेरा गुर हाई, भाव तू मेरे तो बड़ा भरा है मेरा। फिर उस सिख नूं दूसरा बेनती करदा, सुन मीता हे मेरे मित्र सुन, धूरी को बल जाई, तेरे चरना दी मैं धूड़ मंगना। ये गुरसिखां दियां निशानियां ने। सुन मीता धूड़ी को बल जाई, ए मन तेरा भाई। हे मेरे भरा मैं अपना मन तेनू देना है। रहाओ इहदे विच सारे शब्द का अर्थ। फिर जदों वो अगला बोलिया ना, क्योंकि जिहदे कोले खजाना आ जाता उन्होंने ये नहीं परवाह होंदी भी मैं चेले बनावां इकट्ठे करा, उन्होंने नहीं परवाह कोई। वो इन्नी जल्दी अगों परवाह नहीं करेगा। उन्हें जदों कोई गौलिया ना ते फिर वो पहले आए हुए सिख ने पैर फड़ लए। अगे शब्द आउंदा पाव मलोवा, मैं तेरे पैर मला हुण, मल मल धोवां, तेरे पैरों नूं मल मल के धो दियां तां तू मेरी गल सुनेगा। ये मन तैं को देसां, ये मन मैं तेनू दे दियां। सुन मीता हे मेरे मित्र मेरी गल वल ध्यान दे सुन। हाँ तेरी सरनाई आया, मैं तेरे घर आया, मैं तेरी शरण में आया, तू मेरी गल क्यों नहीं सुनदा? हाँ तेरी सरनाई आया। उन्हें पूछा की करना है? कहन लगे प्रभ मिलों, ध्यान देना। इत्थे मिलों दे उत्ते बिंदी लाउणी है तां स्पष्ट होवेगा। जे तुसी मिलो पढ़ोगे ना उहदे अर्थ होर हो जाणगे। इहदे अर्थ ने वो बेनती करन वाला सिख कह रहा भी प्रभ मिलो, मैनू दस मैं किवें मिलां। ਇਹਦੇ ਨਾਲ अर्थ बनते मैं किवें मिला? प्रभ मिलो मैं मिला किवें? देहो उपदेशा, तू मैनू उपदेश बख्शिश कर भी मैं किवें मिला। ये सारी वार्ता है ना शब्द दे विच। जदों उन्होंने पूछया ना, फिर उन्हें जिहड़ा जवाब दिता वो सारा अगे लिखिया है। उन्हें जवाब दिता, कहन लगे सज्जणा काम बहुता लम्मा नहीं, थोड़ा जिहा पर है औखा। कहंदे किहड़ा? कहन लगे माण ना कीजै, हंकार छड्ड पहला। जवाब मिलिया माण ना कीजै, मैं गल कर रहा सी सब तो वड्डी मैल हंकार है। उन्हें कहा भी जे इस राह ते तुरने ते दावे करने छड्ड दे, हंकार इकट्ठे करने छड्ड दे, अंदरों कढ इस गंद नूं। ये रुकावट है सारी। माण ना कीजै, माण ना करया कर अपना। दूजी गल शरण परीजै, जदों जपना ते उहदी हजूरी विच बह के जपिया कर, कला ना जपी गई, जपी जे टेप रिकार्ड हो जाएगा। कला ना जपी, हजूरी दा नाम जपी।
गुरु साहब ने जिहड़ा नाम जाप दसिया ना, हजूरी का नाम है, ओदी हजूरी विच बह के महसूस करके जपना। मान ना कीजै शरण भरीजै, करे सो भला मनाइए। जो कुछ वो करी जाता है उन्होंने भला करके सत करके मन लै। ये तीन ही राह ने उहदे घर दे जाण वाले। हुण हैण ते सादे जी शब्द ने, इन्हां नूं कमाल लग्गिया साध संगत 50-50 साल लग जाते हैं बंदे दे, 50-50 साल इन्हां तिन्नां शब्दां नूं जीवन विच ढालण लग्गिया। बड़ी मुश्किल है। मान ना कीजै, मान छड्डना कोई सौखा है? जे कोई ना पूछे फिर तो आप निमरता वाले हैं। जे चार बंदे पिछे तुरे नहीं तो कहानी खत्म हो ही नहीं होती। ये बड़ा जबरदस्त है। मान मुनि मुनवर गले, कबीर साहब ने तो इतों तक कह दिता है, कहते ने माया छड्डनी कोई बहुत औखी गल नहीं। सगों इस करके सिख नूं गुरु साहब ने कहा भी तू सधारण रही, बिल्कुल आम बंदे वांगू काम कर, तू बहुता त्यागी ना बन के विखाई, लोग तेरे पिछे भजणगे। बहुता ना अपने आप को त्यागी सिद्ध करया कर, सगों थोड़ियां जी अगलियां पिछलियां गल्लां मार दिया कर, अगले नूं शक पैंदा रहे, ना तेरे दुआले घूमे। अगला कह दे भी बंदा लगदा होर सी निकलिया होर ही है, वो गल है नहीं, नेड़े गया नहीं समझ आई। ये गुरु ने समझाया है बई तू सादे रहना है, तू सीधे रहना है, तू अपने आप नूं वड्डा सिद्ध नहीं करना, नहीं तो तेरे आले दुआले चोर फिरदे ने, उन्हें खो के लै जाना सारा कुछ। पर्दा पा के रखिए दे, गुरु साहब ने खुद पा के रखा किन्ना चिर पढ़दा। लोग कहते रहे, बाबा कल्याण दास कहते रहे इन्हां कोल की है, भी लोग कहते करते हैं। गुरु नानक साहब को कहते रहे, तुसीं हुण वाले जिन्ने शुरू तो लैके कमाई वाले पुरुष वेखो, उन्हां दे माँ बाप ने कहा तो वही है, इत्थे फिरदा सी, इहनूं ते कपड़े पाउण दी इजाजत नहीं सी, इहनूं तुसीं संत क्यों कहंदे हो, साध क्यों कहंदे हो? ये भुलेखा हुंदा है। उन्हें कहा भी मान तेनू जरूर मिलना है, क्योंकि जिहदे वल तू जा रहा उहदे घर दे विच वडियाइयां दा कोई अंत नहीं। रविदास जी तां ही कहंदे ने, ऐसी लाल तुझ बिन कौन करे, गरीब नवाज गुसैया मेरा माथे छतर तरै। जिस बंदे नूं कोई जानदा नहीं सी उहदे सिर ते छतर झुल गए, हुण उहनूं सहना सौखा है? छोटी गल। चार बंदे थोड़ा जिहा सलूट मार देण, अंदर सहना सौखा है बंदे? मान आया नहीं, रब दा ये नियम है। उन्हें कहा जिदन तू अंदर आ गया मेरी उड़ीक ना करी, मैं नहीं लभांगा मुड़ के तेन। साडा दोवां दा समझौता ही इस गल ते वे, तू नहीं आउणा इस अंदर, मैं ही रवांगा तेरे कोल। हौमै नावै नाल विरोध है, बड़े विरोधी ने दोवें। विरोधी दा मतलब वेख्या तुसीं? विरोधी का मतलब है भी जे दो बंदियां दा आपसी विरोध होवे ना, ते एक आदमी उत्थे जाए ते दूजा पहली गल ते पहला जांदा ही नहीं, जिहदे नाल विरोध होवे, फलाना गया उहनूं पता लग जांदा उत्थे जाएगा नहीं उस महफिल विच, विरोध है। जे चला भी गया तो दूजा यतन करेगा मैं उठ के तुर जा। ये बाहर नहीं, ये गुरुद्वारियां विच भी चलदा जी, उत्थे भी है इस तरह। बड़े शरीर इस तरह के कहते जे फलाना गुरुद्वारे गया पहले पता करो, खास करके अगे तुरन वाले लोग, उत्थे मैं नहीं जाना, क्योंकि विरोध है। इस तरह सच्चे पातशाह कहते ने नाम का विरोध हौमै नाल इस तरह है, जिथे हौमै होवे उत्थे रब दूरों ही टल जांदा, कहते मैं नहीं उत्थे जाना। हौमै नावे नाल विरोध है, दोए ना बसै एक ठाए। इस करके सच्चे पातशाह कहते रब नूं आवाज़ां ना मार पई वो घर आवे, पहला अपने अंदरों कढ मैं नूं, उन्हें आपे ही आ जाना। तो लभदा फिरदा घर खाली तो मिले, खाली घर नहीं मिलता उन्होंने। असीं अपने आप नूं भर लिया है, उहदे उड़ीक विच है। वो ते हर एक बंदे दे द्वार ते खड़ा है ते उड़ीक विच बैठा सदियां तो भी इस बंदे दे अंदरों मैं कदों निकले ते मैं उहदे थां ते निवास करां, रवां। वो मैं निकलती नहीं, वो अंदर आउंदा नहीं, वो बेचारा बाहर ही खड़ा परिक्रमा करी जाता साडी। इस करके उन्हें समझाया भी सब तो पहला अवगुण है मान, ते मान शंकियां विचों पैदा हुंदा। जिहड़े बंदे दे विच हंकार है उत्थे शरधा नहीं पनपेगी, शरधा बड़ी जल्दी टुटेगी। शरधा जिहड़ी है ना बड़ी जल्दी उहदी टुटण दी संभावना है। थोड़े थोड़े चिर बाद थोड़ी जी गल तो शंका च आ जाएगा, शंकावादी हो जाएगा।
ਤੇ ਜਿੱਥੇ ਮਾਣ ਖਤਮ ਹੋ ਗਿਆ ਉਹਨੂੰ ਜਿੰਨੀਆਂ ਮਰਜ਼ੀ ਠੋਕਰਾਂ ਮਾਰ ਦਿਓ, ਜਿੰਨਾ ਮਰਜ਼ੀ ਉਹਨੂੰ ਧੱਕੇ ਮਾਰ ਦਿਓ, ਬੰਦਾ ਕਦੀ ਉਹਦੀ ਸ਼ਰਧਾ ਨਹੀਂ ਟੁੱਟੇਗੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਤਾਂ ਹੀ ਕਿਹਾ ਵੀ ਸੇਵਕ ਦੀ ਪਰਿਭਾਸ਼ਾ ਕੀ ਹੈ। ਜੇ ਤੇ ਤੇਰਾ ਮਾਲਕ ਤੈਨੂੰ ਕੋਲ ਬਿਠਾ ਲਵੇ, ਜੇ ਤੂੰ ਆਪਣੇ ਮਾਲਕ ਤੋਂ ਕੁਝ ਲੈਣਾ ਹੈ, ਕੋਲ ਬਿਠਾ ਲੈ ਤੇ ਵਡਿਆਈ ਕਰੀ, ਤੇ ਇਹ ਨਾ ਸੋਚੀ ਵੀ ਮੈਨੂੰ ਬਹੁਤਾ ਨੇੜੇ ਬਿਠਾ ਲਿਆ, ਵੀ ਉਦੋਂ ਤੂੰ ਕਰੇਗਾ ਬੰਦਗੀ ਵੀ ਮੈਨੂੰ ਅੱਗੇ ਬਿਠਾ ਲਿਆ, ਮੈਨੂੰ ਨੇੜੇ ਬਿਠਾ ਲਿਆ, ਬੜਾ ਮਾਣ ਬੜਾ ਸਤਿਕਾਰ ਦਿੱਤਾ। ਜੇ ਪਾਸ ਬਹਾਲੇ ਤਾਂ ਤੇਰੀ ਉਪਮਾ, ਫਿਰ ਵੀ ਉਹਦੀ ਵਡਿਆਈ ਕਰੀ। ਤੇ ਜੇ ਉਹ ਤੈਨੂੰ ਬਾਹੋਂ ਫੜ ਕੇ ਤੇ 2-4 ਧੱਕੇ ਮਾਰ ਕੇ ਬਾਹਰ ਕੱਢਦਾ, ਮਾਰ ਕੱਢੈ ਵੀ ਧਿਆਈ, ਉਹਦਾ ਦਰਵਾਜ਼ਾ ਨਾ ਛੱਡੀ, ਬਾਹਰ ਬਹਿ ਕੇ ਉਹਦੇ ਦਰਵਾਜ਼ੇ ਤੇ ਬੈਠਾ ਰਹੋ। ਇਹ ਹੈ ਜੁਗਤ ਸੇਵਕ ਦੀ ਜਿਹੜੀ ਪੌੜੀ ਵਿੱਚ ਕਹੀ। ਬੁੱਲੇ ਸ਼ਾਹ ਨੇ ਤਾਂ ਹੀ ਉਦਾਹਰਨਾਂ ਦਿੱਤੀਆਂ ਨੇ ਕੁੱਤੇ ਦੀਆਂ, ਕੂਕਰ ਦੀਆਂ, ਵੀ ਉਹ ਬਿਰਤੀ ਅੰਦਰ ਪੈਦਾ ਹੋਵੇ ਤੇ ਫਕੀਰੀ ਤਾਂ ਲੱਭਦੀ। ਫਕੀਰੀ ਦਾ ਅਰਥ ਦਰਵੇਸ਼ੀ ਦਾ ਅਰਥ ਹੀ ਵੀ ਜਿਹੜਾ ਦਰਵਾਜ਼ੇ ਵਿੱਚ ਲਟਕਿਆ, ਅੰਦਰ ਉਹਨੂੰ ਆਉਣ ਨਹੀਂ ਦਿੰਦਾ ਉਹਦਾ ਮਾਲਕ, ਦਰਵਾਜ਼ਾ ਉਹ ਛੱਡਦਾ। ਦਰਵੇਸ਼ ਦੇ ਅਰਥ ਕੀ ਨੇ? ਦਰਵੇਸ਼ ਦੇ ਅਖਰੀ ਅਰਥ ਨੇ ਲਟਕਿਆ ਹੋਇਆ, ਨਾ ਅੰਦਰ ਤੇ ਨਾ ਬਾਹਰ, ਦਰਵਾਜ਼ੇ ਤੇ ਬੈਠਾ। ਜਿਸ ਮਾਲਕ ਨੂੰ ਉਹਨੇ ਮਿਲਣਾ ਹੈ ਉਹ ਇਜਾਜ਼ਤ ਨਹੀਂ ਦੇ ਰਿਹਾ, ਉਹ ਕਹਿੰਦਾ ਇਹਨੂੰ ਰਹਿਣ ਦਿਓ ਬਾਹਰ, ਮੈਂ ਇਹਨੂੰ ਮਿਲਣਾ ਹੀ ਨਹੀਂ, ਕਸਵੱਟੀ ਲਾਈ ਹੋਈ। ਦਰਵਾਜ਼ਾ ਉਹ ਨਹੀਂ ਛੱਡਦਾ, ਵਿਚਕਾਰ ਗੱਲ ਅਟਕੀ ਹੋਈ ਹੈ। ਉਹਨੂੰ ਕਹਿੰਦੇ ਦਰ ਆਵੇਸ਼, ਦਰ ਦੇ ਉੱਤੇ ਲਟਕਿਆ ਹੋਇਆ। ਉਹ ਕਹਿੰਦਾ ਵੀ ਇਹ ਕੂਕਰ ਜਿਹੜੇ ਨਾ ਤੇਰੇ ਤੋਂ ਚੰਗੇ ਨੇ। ਬੜੇ ਪਿਆਰੇ ਉਹਦੇ ਸ਼ਬਦ ਨੇ, ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ। ਕਹਿੰਦੇ ਤੂੰ ਇਬਾਦਤ ਤੇ ਕਰਨਾ ਰਾਤਾਂ ਜਾਗ ਜਾਗ ਕੇ, ਪਰ ਤੂੰ ਕੱਲੀ ਇਬਾਦਤ ਕਰਕੇ, ਤੂੰ ਰੋਜ਼ੇ ਰੱਖ ਕੇ, ਤੂੰ ਚਲੀਸੇ ਕੱਟ ਕੇ ਤਾਕਤਾਂ ਤੇ ਇਕੱਠੀਆਂ ਕਰਨਾ, ਹੋਰ ਕੀ। ਚਾਰ ਬੰਦੇ ਮੇਰੇ ਪਿੱਛੇ ਘੁੰਮਣਗੇ, ਮੈਨੂੰ ਪੂਜਾ ਕਰਨਗੇ ਮੇਰੀ, ਹੋਰ ਤੇਰੇ ਵਿੱਚ ਸੇਵਕ ਵਾਲਾ ਗੁਣ ਤੇ ਨਹੀਂ, ਸਮਰਪਿਤ ਤੇ ਨਹੀਂ ਹੋਣਾ ਚਾਹੁੰਦਾ। ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ, ਤੈਥੋਂ ਉੱਤੇ, ਉਹ ਤੇਰੇ ਨਾਲੋਂ ਉੱਤੇ ਨੇ। ਪੁੱਛਿਆ ਤੂੰ ਮੇਰੇ ਤੋਂ ਉੱਤੇ ਕਿਉਂ? ਕਹਿਣ ਲੱਗੇ ਮਾਲਕ ਦਾ ਦਰ ਕਦੇ ਨਹੀਂ ਛੱਡਦੇ, ਭਾਵੇਂ ਖਾਵਣ ਜੁੱਤੇ। ਮਾਲਕ ਭਾਵੇਂ ਉਹਨਾਂ ਨੂੰ ਜੁੱਤੀਆਂ ਮਾਰ ਕੇ ਬਾਹਰ ਕੱਢਦਾ, ਉਹ ਛੱਡਦੇ ਨਹੀਂ ਦਰ ਉਸਦਾ। ਜਾ ਕੇ ਰੂੜੀਆਂ ਉੱਤੇ ਸੁੱਤੇ, ਉੱਥੇ ਰਾਤ ਸੁੱਤੇ ਰਹਿਣਗੇ, ਫਿਰ ਆ ਜਾਣਗੇ, ਫਿਰ ਦਰਵਾਜ਼ੇ। ਤੁਸੀਂ ਕਦੀ ਵੇਖਣਾ, ਇਸ ਲਈ ਕਿਸੇ ਨੇ ਇੱਕ ਕਹਾਣੀ ਲਿਖੀ ਏ, ਉਹ ਕਹਿੰਦਾ ਜਿਹੜਾ ਦਰ ਦਾ ਬਣ ਕੇ ਕੂਕਰ ਰਹਿੰਦਾ ਨਾ, ਸੇਵਕ ਉਹ ਹੀ ਹੈ। ਉਦਾਹਰਨ ਬੜੀ ਸੋਹਣੀ, ਉਹਨੇ ਕਿਹਾ ਇੱਕ ਕੂਕਰ ਪਿੰਡ ਦਾ ਸੀ, ਕਿਸੇ ਦੇ ਘਰ ਦਾ। ਉਹਦੇ ਮਾਲਕ ਨੇ ਕਿਸੇ ਗੱਲੋਂ ਉਹਨੂੰ ਬਹੁਤ ਮਾਰਿਆ ਕੁੱਟਿਆ, ਬੜੀ ਮਾਰ ਕੁੱਟ ਕੀਤੀ, ਡਾਂਗ ਦੇ ਨਾਲ ਬਾਹਰ ਕੱਢ ਦਿੱਤਾ, ਬੜੀ ਦੂਰ ਤੱਕ ਕੁੱਟ ਕੇ ਕੱਢ ਦਿੱਤਾ। ਕਹਿੰਦੇ ਦੂਜੇ ਪਾਸੇ ਇੱਕ ਝੁੰਡ ਬੈਠਾ ਸੀ ਅਵਾਰਾ ਕੁੱਤਿਆਂ ਦਾ। ਅਵਾਰਾ ਕੁੱਤੇ ਪਿੰਡਾਂ ਵਿੱਚ ਜਿਹੜੇ ਹੁੰਦੇ ਨੇ, ਉਹ ਵੇਖ ਕੇ ਬੜੇ ਖੁਸ਼ ਹੋਏ ਵੀ ਇਹ ਵੀ ਹੁਣ ਅਵਾਰਾ ਹੋ ਜਾਏਗਾ, ਬਈ ਅਸੀਂ ਤਾਂ ਪਹਿਲਾਂ ਹੀ ਕੱਢੇ ਹੋਏ। ਉਹ ਜਦੋਂ ਬਾਹਰ ਕੱਢ ਦਿੱਤਾ ਨਾ, ਤੇ ਵਿਚਾਰਾ ਬੜਾ ਮਾਯੂਸ। ਇਹ ਕਹਾਣੀ ਹੈ, ਕਹਾਣੀ ਸਮਝਣ ਵਾਸਤੇ ਹੁੰਦੀ ਹੈ। ਉਹਨਾਂ ਨੇ ਆ ਕੇ ਦੱਸਿਆ ਵੀ ਆ ਜਾ, ਤੈਨੂੰ ਦਾਖਲ ਕਰ ਲਈ ਅਵਾਰਾ ਕਲਾਸ ਵਿੱਚ, ਤੈਨੂੰ ਕੁੱਟ ਕੇ ਕੱਢ ਦਿੱਤਾ ਉਹਨੇ। ਉਹ ਚੁੱਪ ਕਰਕੇ ਨਾ ਉਸ ਮਾਲਕ ਦੇ ਦਰ ਤੇ ਜਿਹਨੇ ਕੁੱਟ ਮਾਰ ਕੇ ਕੱਢਿਆ ਸੀ, ਉਹਦੇ ਦਰਵਾਜ਼ੇ ਦੇ ਅੱਗੇ ਉਹਦੀ ਕੂੜੇਦਾਨ ਸੀ, ਸਵਾਹ ਦਾ ਢੇਰ ਲੱਗਾ ਸੀ, ਉਹਦੇ ਉੱਤੇ ਬੈਠ ਗਏ। ਉਹਦੇ ਉੱਤੇ ਬੈਠਾ, ਉਹ ਇਕੱਠੇ ਹੋ ਕੇ ਆਏ, ਕਹਿਣ ਲੱਗੇ ਇੰਨੀ ਮਾਰ ਪਈ, ਅਜੇ ਵੀ ਇਹਦੀ ਸਾਹ ਤੇ ਬੈਠਾ ਹੋਇਆ ਕੂੜੇ ਤੇ, ਛੱਡ ਕੇ ਆ ਜਾ ਇਸਨੂੰ, ਆ ਖੁੱਲੇ ਰਹਿੰਦੇ। ਕਹਿੰਦੇ ਉਹਨੇ ਜਵਾਬ ਦਿੱਤਾ, ਭਾਵੇਂ ਕੂੜੇ ਤੇ ਵਾਂ, ਪਰ ਆਖਰ ਕੂੜਾ ਵੀ ਤੇ ਮੇਰੇ ਮਾਲਕ ਦਾ ਹੀ ਹੈ ਨਾ, ਹੈ ਭਾਵੇਂ ਕੂੜੇ ਤੇ ਬੈਠਾ ਹੋਇਆ। ਇਹਦੇ ਵਿੱਚ ਡੂੰਘੀ ਆਸਥਾ ਹੈ ਆਸ਼ਿਕ ਦੀ, ਸੇਵਕ ਦੀ। ਕੋਈ ਐਸਾ ਮੌਕਾ ਆ ਜਾ ਵੀ ਗੁਰੂ ਉਹਨੂੰ ਕੂੜੇ ਤੇ ਬਾਦ ਹੈ, ਬਿਲਕੁਲ ਬਿਲਕੁਲ ਸਿਰੇ ਤੇ ਲਾ ਦੇ, ਪਰ ਉਹਦੇ ਉੱਤੇ ਵੀ ਉਹ ਆਸ ਰੱਖ ਕੇ, ਇੱਛਾ ਰੱਖ ਕੇ, ਪਿਆਰ ਵਿੱਚ ਸਬਰ ਨਾ ਛੱਡੇ ਅੰਦਰੋਂ, ਤਾਂ ਕਿਤੇ ਗੱਲ ਜਾ ਕੇ ਉਸ ਘਰ ਦੀ ਗੱਲ ਜਿਹਨੂੰ ਸੁੱਖ ਕਹਿੰਦੇ ਨਾ, ਆਨੰਦ ਰਸ, ਜਿਹਨੂੰ ਅਸੀਂ ਭਾਲਦੇ ਹਾਂ ਪਹਿਲੇ ਦਿਨ, ਜਿਹਨੂੰ ਅਸੀਂ ਬਹੁਤ ਜਲਦੀ ਸੋਚਦੇ ਹਾਂ ਸਾਨੂੰ ਬੜੀ ਜਲਦੀ ਮਿਲ ਜਾਏ, ਪਹਿਲੇ ਦਿਨ ਉਹ ਨਹੀਂ ਮਿਲਦਾ। ਜਿੰਨੀ ਵੱਡੀ ਦਾਤ ਚਾਹੀਦੀ, ਉਨੀ ਵੱਡੀ ਅਗਨੀ ਵਿੱਚੋਂ ਲੰਘਣਾ ਪੈਂਦਾ, ਉਨੀ ਵੱਡੀ ਮੁਸ਼ੱਕਤ ਵਿੱਚੋਂ ਗੁਜ਼ਰਨਾ ਪੈਂਦਾ।
इस करके गहरी आस्था, डूंगी आस्था, जिहदे विच कोई भी मंग नहीं, कोई च्वाइस नहीं, जिहदे विच कोई भी एग्रीमेंट सिख नहीं करता गुरु नाल भी तू आ कर ते तां मैं करांगा, नहीं, मैं करांगा ही जो तू करना है, तेरी मर्जी कर दी, मैं ते करनी। ओनू कहंदे सेवक। इस करके जिहड़ा शब्द मैं तां साझा कर रहा सी भी ये सेवक की परिभाषा मैं फिर पढ़दे हां, एक पिता एक सके हम बारक। वो सिख कहंदा तू मेरा गुरहाई, दूजे गुरसिख नूं कहंदा तू वड्डा भरा है। सुन मीता धूरी को बल जाई, ए मन तेरा भाई, पाव मलोवा मलमल धोवा, ए मन तैंकू देसा। सुन मीता हों तेरी शरणाई, आया प्रभ मिलो देहो उपदेशा। उस गुरसिख ने अगों जवाब दिता, कहंदे राह इको ही बे मान ना कीजै, हंकार नूं छड्ड। बस इत्थे खड़ी सारी साध संगत, इहदे उत्ते सारी सेवक दी परिभाषा ही है वे, वो विचों कढदा अपना आप, बस डिग्या होया, समर्पित, पानी हो गया, कुछ है ही नहीं, ਉਹਦਾ हथ भी नहीं हिलदा ਉਹਦੀ मर्जी तो बिना, ਉਹਦੀ अख भी नहीं खुलदी। गुरु कहे भी जमीन ते बह ते जमीन ते कवे उठ ते उठ जा, प्राप्ति उत्थे होवेगी। आ जिहड़ा जनक ब्रह्म ज्ञानी होया ना राजा, इन्हें किवें पाया सी ज्ञान थोड़े समय विच, 1 मिनट विच। तुसीं सुनिया भी एक पल विच उन्हें कहा सी मैनूं कोई ज्ञान कराए, तां अष्टावक्र आया। जनक ने कहा भी मैनूं घोड़े ते चढ़न लग्या ज्ञान हो जाना चाहिए बड़ी तेजी विच। उन्हें कहा भी जे इन्नी जल्दी ज्ञान लैणे ते इहदा मुल भी बड़ा तेज होना, बहुत भारा है। जनक चक्रवर्ती राजा सी, जिथे वो खड़ा सी, जिथे अष्टावक्र आया सी, सैकड़े चुने हुए सम्राट राजे उहदे दरबार विच बैठे सन, इस घटना नूं वेख रहे सन। जिन्हां दे जिहड़े अगे झुकदे सन, जनक दे पंडित बैठे सन, उहदे नौकर सन सारे, दरबार लगा सी। अष्टावक्र आ गया, उन्हें कहा मैनूं एक पल विच राह दस। अष्टावक्र ने कहा हुणे मिल जाएगा तेनू राह, पर पहला मैनू कुछ भेटा कर। उन्हें कहा कि कहंदे 3 चीज़ां मैनू दे, तन मन ते धन। उस वेले जनक बैठा सी संघासन दे उच्चे थां ते, सिर ते ताज सी, उत्ते चौर झुलदा सी, नौकर अगे खड़े सन। जदों उन्हें कहा ना भी तन मन धन दे दिता है, अष्टावक्र कहंदा ताज ला के जमीन ते वगा दे, छड्ड इस संकार तखत उठ के थले आ जा। हुण छोटी गल नहीं सी, जिस बंदे ने लखां बंदे ते हुक्म चलाया होवे, ओदा ताज एक बंदा लवा दे भरे दरबार दे विच। थले आ जा, थले आ गया। वो कह लगा उत्थे जमीन ते बैठ जा जिथे नौकर बैठे, जमीन ते बिठा दिता। सम्राट नूं, राजे नूं थले बिठा दिता। सारे लोग वेखदे सन, बैठ गया। फिर उन्हें क्या उठन लगा, कह लगा मेरा मन करता मैं घर जावां। कहंदे मन भी तू दे चुका है, तन भी दे चुका है, धन भी, किते नहीं जा सकता, इत्थे बैठ जा, तू मेरा गुलाम है। कहंदे ने 5 मिनट तो बैठा रहा उत्थे। 5 मिनटां विच ओहदे विचों 3 चीज़ां टुट गईयां, तन दा हंकार, मन दा हंकार ते धन दा हंकार। 3 ते दीवारां ने, 3 ते राह ने। जिवें तुसीं हुण इस हाल विचों बाहर जाना ते इत्थे 3 दरवाजे पैंदे ने राह 'च। इन्हां 3 विचों तुसीं बाहर निकल गए तो आजाद हो गए, खुले हो गए। ये 3 ही दीवारां ने साडे जीवन विच। अष्टावक्र ने तोड़ दित्तियां। जदों खाली हो गया ना, जनक नूं सारा भुल गया, मेरा राज किहड़ा, मेरे महल किहड़े ने, मेरे घर परिवार किहड़ा है, अंदर खाली हो गया। तो उस दशा दे विच अष्टावक्र ने उहदे उत्ते अपना हथ फेरिया, अंदर वो नाम वसा दिता, क्योंकि अंदर खाली सी, रंग ला दिता, विखा दिता। कहन लगे जनक आ हुण जो कुछ बाकी बचिया बस ये अंदर रहन दे, नाम दी दात। हुण परत के तन मन ते धन दा हंकार वापस ना आउंदे। खोया नहीं सी, वापस दे दिता। फिर एक बारी खो के खाली कीता ते भर दिता, मान कढ़ दिता, हंकार कढ़ दिता अंदरों। इस करके सच्चे पातशाह कहते मैल ऐसी भयानक है कि हौ मैला मल कबू ना धोवै। हंकार दी मैल कदी नहीं धुपदी, उहनूं ते बाहर ही कढ़ना पैंदा। पर वो काहदे नाल धुपदी है? हर का नाम कोट पाप खोवै। नाम ही ऐसा एक दवाई है, ऐसा साबण है
ਜਿਹੜਾ ਸਾਡੇ ਅੰਦਰੋਂ ਪਕੜ ਨੂੰ ਤੋੜਦਾ ਹੈ, ਖਿੱਚ ਨੂੰ ਤੋੜਦਾ ਹੈ, ਜਿਹੜੇ ਅਸੀਂ ਚੰਬੜੇ ਹੋਏ ਆ ਹਰ ਇੱਕ ਚੀਜ਼ ਨਾਲ, ਉਹਨੂੰ ਸਹਿਜੇ ਸਹਿਜੇ ਅੰਦਰੋਂ ਖੋਲ ਦਿੰਦਾ ਹੈ। ਸੰਗਲ ਖੁੱਲਦੇ ਨੇ ਜੀਵਨ ਦੇ, ਤੇ ਆਨੰਦ ਦੀ ਪ੍ਰਾਪਤੀ ਦੇ ਆਦਮੀ ਨੇੜੇ ਚਲਾ ਜਾਂਦਾ ਹੈ। ਉਪਦੇਸ਼ ਦਿੱਤਾ, ਕਹਿੰਦੇ ਮਾਨ ਨਾ ਕੀਜੈ ਸਰਨ ਪਰੀਜੈ, ਕਰੇ ਸੋ ਭਲਾ ਮਨਾਈਐ। ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ। ਅਖੀਰ ਤੇ ਦੱਸ ਦਿੱਤਾ ਉਸ ਗੁਰਸਿੱਖ ਨੇ ਜਿਹਦੇ ਕੋਲ ਦੂਜਾ ਗਿਆ ਸੀ, ਹੇ ਮੇਰੇ ਮਿੱਤਰ ਹੁਣ ਸੁਣ ਲੈ, ਰਾਹ ਵੇਖ, ਕਰਨਾ ਤੂੰ ਹੈ। ਜੀਓ ਪਿੰਡ, ਜੀਓ ਦਾ ਅਰਥ ਹੈ ਜਿੰਦ ਸੌਂਪਦੇ ਆਪਣੇ ਵਾਹਿਗੁਰੂ ਨੂੰ। ਪਿੰਡ ਦਾ ਅਰਥ ਹੈ ਸਰੀਰ ਵੀ ਉਹਨੂੰ ਦੇ ਦੇ। ਸਭ ਤਨ ਅਰਪੀਜੈ, ਸਭ ਤਨ ਦਾ ਅਰਥ ਹੈ ਸਰੀਰ ਦੇ ਸਾਰੇ ਅੰਗ ਉਹਨੂੰ ਦੇ ਦੇ। ਜਿਵੇਂ ਤੇਰਾ ਗੁਰੂ ਕਹਿੰਦਾ ਉਸ ਤਰ੍ਹਾਂ ਸਰੀਰ ਨੂੰ ਕਰ ਦੇ। ਅੱਗੇ ਬਚਨ ਕੀਤਾ, ਇਉਂ ਦਰਸ਼ਨ ਹਰਿ ਜੀਉ ਪਾਈਐ। ਇਉਂ ਇਸ ਤਰ੍ਹਾਂ ਜਿਹੜਾ ਉੱਤੇ ਦੱਸਿਆ ਗਿਆ, ਜੇ ਤੂੰ ਇਸ ਤਰ੍ਹਾਂ ਕਰੇਗਾ ਦੀਦਾਰ ਵਿੱਚ ਟਾਈਮ ਨਹੀਂ ਲੱਗੇਗਾ, ਸਮਾਂ ਨਹੀਂ ਲੱਗੇਗਾ, ਇੱਕੋ ਪਲ ਦਾ ਹੀ ਕੰਮ ਹੈ। ਹੁਣ ਇਹ ਕੰਮ ਤੇਰੇ ਸਾਹਮਣੇ ਵੀ ਇਸ ਮੈਂ ਨੂੰ ਤੂੰ ਇੱਕ ਸਾਲ ਵਿੱਚ ਮਿਟਾਉਣਾ ਹੈ, ਕਿ ਇੱਕ ਦਿਨ ਵਿੱਚ, ਕਿ ਇੱਕ ਜਨਮ ਵਿੱਚ, ਕਿ ਹਜ਼ਾਰਾਂ ਜਨਮਾਂ ਵਿੱਚ। ਜਦੋਂ ਇਹ ਮਿਟੇਗੀ ਉਦੋਂ ਹੋ ਜਾਏਗਾ, ਉਸ ਤੋਂ ਪਹਿਲਾਂ ਕੁਝ ਨਹੀਂ ਹੋਏਗਾ। ਉਸ ਤੋਂ ਪਹਿਲਾਂ ਤੇ ਲੋਗਣ ਰਾਮ ਖਿਲਾਉਣਾ ਜਾਣਾ, ਖੇਡ ਚੱਲੀ ਜਾਏਗੀ, ਢੋਲ ਢਮੱਕਾ ਵੱਜਦਾ ਰਹੇਗਾ। ਤਾਂ ਸੇਵਕ ਦੀ ਜਿਹੜੀ ਪਰਿਭਾਸ਼ਾ ਹੈ ਇਸ ਆਸਾ ਦੀ ਵਾਰ ਵਿੱਚ, ਕਿਉਂਕਿ ਪਹਿਲੇ ਸ਼ਲੋਕ ਤੁਸੀਂ ਸੁਣੇ ਨੇ 2-3 ਦਿਨ, ਉਹਦੇ ਵਿੱਚ ਸਿਰਫ ਹੋਕੇ ਧਾਰਮਿਕ ਕਰਮਾਂ ਦੀ ਗੱਲ ਕੀਤੀ ਗਈ, ਜਨੇਊ ਦੀ, ਪੰਡਤ ਹਰਦਿਆਲ ਨਾਲ, ਔਰ ਹੋਰ ਕਈ ਇਸ ਤਰ੍ਹਾਂ ਦੇ ਕਰਮ ਗਿਣੇ ਗਏ ਨੇ ਜਿਹੜੇ ਕੇਵਲ ਸਰੀਰ ਤੱਕ ਸੀਮਿਤ ਰਹਿੰਦੇ ਨੇ, ਤੇ ਬੰਦਾ ਆਪਣੇ ਆਪ ਨੂੰ ਸਮਰਪਿਤ ਨਹੀਂ ਕਰਦਾ। ਸਾਰੀਆਂ ਪੌੜੀਆਂ ਸ਼ਲੋਕਾਂ ਦੇ ਨਾਲ ਜੁੜੀਆਂ ਹੋਈਆਂ, ਯਾਨੀ ਕਿ ਜਿੰਨੇ ਸ਼ਲੋਕ ਨੇ ਆਸਾ ਦੀ ਵਾਰ ਦੇ, ਉਹ ਇਸ ਦੁਨੀਆ ਦੀ ਨੈਗੇਟਿਵ ਸਥਿਤੀ ਨੂੰ ਵਰਣਨ ਕਰਦੇ ਨੇ ਵੀ ਜਦੋਂ ਬੰਦਾ ਧਰਮ ਦੇ ਵਿੱਚ ਸਿੱਧੇ ਰਾਹ ਤੇ ਨਹੀਂ ਤੁਰਦਾ। ਸ਼ਲੋਕਾਂ ਵਿੱਚ ਬਹੁਤੀ ਉਹਦੀ ਵਿਆਖਿਆ। ਪਰ ਹੁਣ ਜਿਹੜੇ ਧਰਮ ਦੇ ਰਾਹ ਤੇ ਤੁਰੇ ਕਾਮਯਾਬ ਹੋ ਗਏ, ਪੌੜੀ ਵਿੱਚ ਉਹਨਾਂ ਦੀ ਵਿਆਖਿਆ ਕਰਦੇ ਨੇ। ਉਹ ਕੌਣ ਨੇ? ਸੱਚੇ ਪਾਤਸ਼ਾਹ ਜੀ ਕਹਿੰਦੇ, ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਕਾਰ ਦਾ ਅਰਥ ਹੈ ਕੰਮ। ਇਹ ਉੱਪਰ ਵਾਲੇ ਵੀ ਕੰਮ ਹੀ ਸਨ, ਜਿਨੇ ਉਹ ਪਾਉਣੇ, ਵੇਦ ਪੜ੍ਹਨੇ, ਯਾਤਰਾਵਾਂ ਕਰਨੀਆਂ, ਲੰਗਰ ਲਾਉਣੇ, ਲੰਗਰ ਵਰਤਾਉਣੇ, ਇਹ ਵੀ ਕੰਮ ਸਨ। ਪਰ ਉਹ ਸੱਜਣ ਇਹ ਕੰਮ ਨਹੀਂ ਸੀ ਕਰ ਰਿਹਾ, ਹੁਕਮ ਮੰਨਣਾ, ਮਨ ਮਰਜ਼ੀ ਛੱਡ ਦੇਣੀ। ਕਹਿੰਦੇ ਜਿਹਦੇ ਉੱਤੇ ਸਾਹਿਬ ਦਇਆਲ ਹੋ ਜਾਏ ਨਾ, ਸਾਹਿਬ ਦੇ ਅਰਥ ਨੇ ਮਾਲਕ। ਉਹ ਸੇਵਕ ਕੀ ਕਰਦਾ ਹੈ? ਜਿਹਦੇ ਤੇ ਦਇਆ ਕਰੇ, ਜਿਹਦੇ ਤੇ ਕਿਰਪਾ ਕਰਦਾ ਹੈ। ਸਾਹਿਬ ਹੋਏ ਦਇਆਲ, ਕਿਰਪਾ ਕਰੇ, ਜਿਹਦੇ ਉੱਤੇ ਕਿਰਪਾ ਕਰੇ ਤੇ ਉਹਦੇ ਤੋਂ ਕੀ ਕਰਾਉਂਦਾ? ਸਾਈ ਕਾਰ ਕਰਾਏ ਸੀ, ਉਹਦੇ ਤੋਂ ਉਸ ਤਰ੍ਹਾਂ ਦੇ ਢੰਗ ਨਾਲ ਕੰਮ ਕਰਾਉਂਦਾ। ਕੰਮ ਤੇ ਸਾਰੇ ਕਰਦੇ ਨੇ, ਪਰ ਉਹਨੂੰ ਤਰੀਕਾ ਦੱਸ ਦਿੰਦਾ ਵੀ ਤੂੰ ਇਸ ਤਰ੍ਹਾਂ ਕਰਨਾ ਹੈ। ਨਹੀਂ ਤੇ ਹੋ ਸਕਦਾ ਸਾਰਾ ਕੁਝ ਕਰਕੇ ਅਖੀਰ ਨੂੰ ਆਪਾਂ ਗਵਾ ਦਈਏ। ਸਾਰਾ ਦਿਨ ਸੇਵਾ ਕੀਤੀ, ਸ਼ਾਮ ਨੂੰ ਉੱਥੇ ਕਿਤੇ 4 ਸ਼ਬਦ ਇਸ ਤਰ੍ਹਾਂ ਦੇ ਬੋਲ ਦਿੱਤੇ, ਸਭ ਕੁਝ ਨਸ਼ਟ ਹੋ ਗਿਆ, ਸਭ ਕੁਝ ਖਰਾਬ ਹੋ ਗਿਆ। ਇਹ ਬੜਾ ਔਖਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਬਾਰ ਵਿੱਚ, ਲੱਗੇ ਹੋਏ ਭਰੇ ਦਰਬਾਰ ਵਿੱਚ, ਇੱਕ ਰਿੱਛ ਨਚਾਉਣ ਵਾਲਾ ਸੱਜਣ ਆਇਆ ਸੀ। ਇਤਿਹਾਸ ਨੇ ਇਸ ਸਾਖੀ ਨੂੰ ਸਾਂਭ ਕੇ ਰੱਖਿਆ। ਆ ਜਿਵੇਂ ਆਉਂਦੇ ਨਹੀਂ ਤਮਾਸ਼ਾ ਵਿਖਾਉਣ ਵਾਲੇ, ਰਿੱਛ ਨਚਾਉਂਦਾ ਸੀ। ਸੰਗਤ ਬੈਠੀ ਹੋਈ, ਇੱਕ ਸਿੱਖ ਚੌਰ ਪਿਆ ਕਰਦਾ ਤੇ ਰਿੱਛ ਨੂੰ ਗਲ ਵਿੱਚ ਸੰਗਲੀ ਪਾਈ, ਤੇ ਨਚਾਉਣ ਵਾਲਾ ਆ ਗਿਆ, ਸਿੱਖ ਸੱਦ ਕੇ ਲੈ ਆਇਆ, ਮਹਾਰਾਜ ਇਹਨੂੰ ਨਚਾ ਕੇ ਵਿਖਾਓ। ਕਲਗੀਆਂ ਵਾਲੇ ਪਾਤਸ਼ਾਹ ਨੇ ਉਸ ਰਿੱਛ ਵੱਲ ਝਾਤੀ ਮਾਰੀ, ਚੁੱਪ ਕਰ ਗਏ। ਕਹਿੰਦੇ ਰਹਿਣ ਦੇ, ਨਾ ਨਚਾ ਇਹਨੂੰ, ਤੈਨੂੰ ਜੋ ਕੁਝ ਚਾਹੀਦਾ, ਪੈਸੇ ਮਾਇਆ ਲੈਣੀ, ਲੈ ਕੇ ਚਲਾ ਜਾ। ਤੇ ਜਿਹੜਾ ਸਿੱਖ ਚੌਰ ਕਰ ਰਿਹਾ ਸੀ ਨਾ ਗੁਰੂ ਸਾਹਿਬ ਨੂੰ, ਉਹ ਕਹਿੰਦਾ ਨਹੀਂ ਮਹਾਰਾਜ ਇਹਨੂੰ ਨਚਾਓ, ਵੇਖੀਏ ਤਮਾਸ਼ਾ ਭਲਾ ਕਿਵੇਂ ਨੱਚਦਾ ਹੈ। ਹਜ਼ੂਰ ਕਹਿੰਦੇ ਰਹਿਣ ਦੇ, ਨਾ ਨਚਾ ਇਹਨੂੰ, ਠੀਕ ਨਹੀਂ। ਕਿਉਂ? ਕਹਿੰਦੇ ਤੁਸੀਂ ਨਚਾਓ ਇਹਨੂੰ, ਪੈਸੇ ਮੈਂ ਦੇ ਦਿਆਂਗਾ। ਸਤਿਗੁਰੂ ਖਿੜਖੜਾ ਕੇ ਹੱਸੇ। ਵੇਖੋ ਦੁਨੀਆ ਦੀ ਕਿਵੇਂ ਦੀ ਚਾਲ ਹੈ। ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਪੁਣ ਹੋਏ। ਹਜ਼ੂਰ ਕਹਿੰਦੇ ਤੇਰਾ ਬਾਪ, ਇਹਨੂੰ ਨਾ ਨਚਾ, ਤੇਰਾ ਪਿਤਾ ਹੈ। ਉਹ ਹੈਰਾਨ ਹੋ ਗਿਆ। ਪਿਤਾ ਉਹਦਾ ਚੜ੍ਹਾਈ ਕਰ ਗਿਆ ਸੀ ਕਾਫੀ ਸਮੇਂ ਪਹਿਲਾਂ, ਗੁਰੂ ਸਾਹਿਬ ਦੇ ਸਮੇਂ ਸਿੱਖੀ ਵਿੱਚ ਸੀ ਉਹ।
कहन लगे मेरा पिता किवें हो सकदा। ये चीज़ां वापरियां ने, पर उत्थे उत्थे वापरियां जिहदे नाल वापरियां उहनूं पता लगा। कहन लगे विखा नचा के भी वो नचदा सी। उस सिख ने पूछा महाराज ये किवें तुसीं शब्द किया मेरा पिता? कहन लगे हाँ मेरा पिता ते महाराज सेवक सी बड़ा तगड़ा गुरु घर दा, लंगर सारा वही वरताउंदा बनाउंदा सी, देग वरताउंदा सी। कहन लगे हाँ सेवा बड़ी करदा सी, पर सेवा करके गवा लई उसने। किवें गवाई? कहंदे एक दिन वो देग वरता रहा सी, दीवान सजिया सी ते बाहर एक किरती सिख पसीने नाल भिजा होया, कपड़े मैले ते खेत तो अपना गड्ढा लैके मुड़ रहा सी। उन्हें वेख्या भी भोग पै गया ते देग वरता रहे ने। उन्हें अपने बलद उत्ते खिलारे ते काली नाल पसीने दा भिजिया मिट्टी नाल लथ-पथ पिछे जी खलो के ना संगत दे बह के उस वरतान वाले नूं ये सज्जन वरता रहा सी, उहदा पिता वरता रहा सी। उस सज्जन उस पुराने समय उन्होंने कहता तू मैनू थोड़ी जी देग किणका दे दे, मैं गुरु का प्रसाद लेना है, मैनू काल बड़ी, मैं जाना, मैं मेरे कपड़े ठीक नहीं, अंदर नहीं आ सकता। हुण वो जिहड़ा वरता रहा सी तुहानूं पता है भी जिहड़ा बंदा थोड़ा जिहा ਉਹਦੇ ਤੇ हो जाए कानून नेड़े आउण दिंदा किसी नूं। कहंदा जा मैं इन्ने चिर तो गुरुद्वारे रहे, तेनू की पता है? ये सारे मूर्ख ने जिहड़े अज आए ने, वो इस तरह सोचदा है। ਉਹਨੂੰ ਦੇਗ नहीं दिंदा ते वो बार बार अगे अगे हथ करदा भी तू मैनू देग दे दे। उन्हें कहा भी तू परा हो जा, कि तू ਕਾਂ वांगू रौला पाया। वो वरताउण वाले ने कह दिता, पर है सी फूका, कमाई वाला तो है नहीं सी। पर जिहड़ा साध संगत तो सिख आया सी ना, ਉਹਦੇ कपड़े मैले सन, अंदर हीरा सी नाम दा, कमाई वाला सिख सी, ਉਹਦੀ रसना ते वसिया होया सी, बाहरों नहीं सी ਉਹਦਾ पता लगदा। उन्हें जदों कहा ना ਕਾਂ वांगू रौला पिया, तो उन्हें कहा भी चंगा फिर जा, तू किधर रिछ वांगू गल पैना, तू बंदा बनन दा अधिकारी नहीं, तू तो रिछ है। शब्द कह दिता, मोहर लग गई सिख दे शब्द। इसलिए कहते हैं भी थोड़ा जिहा वेख के हथ पाई, कोई पता नहीं किथे की है। उन्हें कहा रिछ वांगू क्यों पैना है? सच्चे पातशाह कहते मैं सिख दा वचन नहीं पलटा सकता, सेवा इन्हें बड़ी कीती सी, पर सिख दी बेअदबी कर दी। सेवा बहुत सी गवा दी। उस सिख ने बेनती की, महाराज हुण हजूर ने दृष्टि पाई, ਉਹਦਾ शरीर खरीद लिया, ਉਹਦੇ ਕੋਲ ਉਹ ਰਿਚ ਪਹਿਲਾਂ खरीदिया भी अपने पैसे लै वापस, खरीद के फिर दृष्टि पा के उस रिच की मुक्ति की, छड़ाया उन्होंने गुरु साहब ने। इस करके सच्चे पातशाह कहते सेवा करनी तो वेख के ध्यान नाल, एवें करके गवा ना ले, किसी को माड़ा ना बोल। कोई पता नहीं किहड़े भेस विच कौन आ गया, की पता वो किवें दा आदमी है, तू उन्होंने वैसे ही। इस करके घटो घट वैसे तो सारे जीवन सियाणियां दा कौल भी बचन है, जे तेरे दर ते कोई मंगण आया ना, एवें उन्होंने सिक्ख्या ना दे भी तू काम करया कर, तू नकारा। इस तरह जे तेरे कोल एक टका है तो उसदी झोली विच पा दे, नहीं तो हथ जोड़ दे उसनूं, बस इस तो वध ना कहीं। ਉਹਦੇ ਵਿੱਚ दो गल्लां हो सकदियां ने, एक तो कोई पता नहीं वो गरीब बेचारा किहड़ी खोणी दा मारिया मंग रहा, मंगना सौखा नहीं, ते दूजा कोई पता नहीं उस कपड़िਆਂ ਦੇ ਥੱਲੇ लुक के कौन है। इसलिए तेनू चुप करना बनता है। ਤਾਂ इस तरह कीते हुए शुभ कर्म भी अखीर नूं मैले हो जाते। सहब होए दयाल कृपा करे तां साई कार कराए सी, कृपा करके उस तरह का ही काम करावे। सो सेवक सेवा करे जिसनों हुक्म बनाए सी, कोई सेवक सेवा नूं चंगी तरह करदा है, जिन्हों हुक्म मंनना आ जाता, भाव जिवें गुरु हुक्म करदा उस तरह करी जाता है। फिर कहंदे हुक्म मन्निया होवे परवान, जिहड़ा हुक्म दी भट्ठी दे विचों चंगी तरह लंघ जाता सही सलामत, वो फिर उहदे दर ते प्रवान हो जाता है। फिर कहंदे तां खसम का महल पाए सी, वो फिर वाहिगुरू दे नाम रूपी महल नूं प्राप्त कर लैंदा है। नाम ही उहदा महल है। शब्द विच जदों बंदा लीन होण लग पवे, समझो महल मिल गया, ठिकाना मिल गया, थां मिल गया। उत्थे कहंदे महल पाए सी, खसमै भावै सो करे, ते वो प्राप्ति करन तो बाद भी उहदे हुक्म विच रहिंदा है।
जो कुछ खसम कहता उस तरह करी जाता। मनो चिंदिया सो फल पाए सी, जो कुछ ਉਹਦੇ ਦਰ ਤੇ ਮੰਗਦਾ ਉਹ ਹੀ ਉਹਨੂੰ ਮਿਲ ਹੀ ਜਾਂਦਾ ਹੈ। ਤਾਂ ਦਰਗਾਹ ਪਹਿੰਦਾ ਜਾਏ ਸੀ, ਪਹਿੰਦਾ ਦੇ ਅਰਥ ਨੇ ਪਹਿਨਾਉਣਾ, ਇੱਜ਼ਤ ਮਿਲਣੀ, ਸਤਿਕਾਰ ਮਿਲਣਾ। ਫਿਰ ਐਸਾ ਪੁਰਸ਼ ਜਿਨੇ ਸੇਵਕ ਦੀ ਸੇਵਾ ਕਾਰ ਕਮਾਈ ਹੈ ਉਹਦੇ ਦਰ ਤੇ ਪਹਿਨਾਇਆ ਜਾਂਦਾ ਹੈ, ਉਹਨੂੰ ਇੱਜ਼ਤ ਮਿਲਦੀ ਹੈ, ਸਰੂਪਾ ਮਿਲਦਾ, ਸਤਿਕਾਰ ਮਿਲਦਾ ਹੈ। ਇਸ ਪੌੜੀ ਵਿੱਚ ਧਰਮ ਦਾ ਸਿੱਧਾ ਮਾਰਗ ਦੱਸਿਆ ਗਿਆ। ਪਿਛਲੇ ਸ਼ਲੋਕਾਂ ਦੇ ਅੰਦਰ ਕਰਮ ਕਾਂਡਾਂ ਵਿੱਚ ਫਸੇ ਹੋਏ ਲੋਕਾਂ ਦਾ ਜ਼ਿਕਰ ਕੀਤਾ, ਜਿਹੜੇ ਸਿਰਫ ਬਾਹਰਲੇ ਧਾਰਮਿਕ ਵਿਖਾਵਿਆਂ ਵਿੱਚ ਫਸ ਕੇ ਜੀਵਨ ਦੀ ਅਮੋਲ ਪੂੰਜੀ ਨੂੰ ਗਵਾ ਲੈਂਦੇ ਨੇ। ਔਰ ਪੌੜੀ ਦੇ ਅੰਦਰ ਗੁਰਸਿੱਖੀ ਦਾ ਸਰਲ ਸੇਵਕ ਹੋਣਾ, ਸਮਰਪਿਤ ਹੋਣਾ, ਸਿਮਰਨ ਕਰਨਾ, ਬਾਣੀ ਪੜ੍ਹਨੀ, ਸ਼ਬਦ ਨਾਲ ਜੁੜਨਾ ਔਰ ਸੇਵਾ ਕਰਨੀ, ਇਹਨਾਂ ਦੇ ਉੱਤੇ ਜ਼ੋਰ ਦੇ ਕੇ ਆਪਣੇ ਹੰਕਾਰ ਨੂੰ, ਹੰਗਤਾ ਨੂੰ ਮਾਰ ਕੇ ਸਿੱਖੀ ਕਮਾਉਣ ਦਾ ਉਪਦੇਸ਼ ਦਿੱਤਾ ਗਿਆ। ਸੋ ਆਓ ਸਮੇਂ ਦੀ ਸਮਾਪਤੀ ਆਪਾਂ 1-2 ਮਿੰਟ ਵਾਸਤੇ ਸ਼ਬਦ ਨਾਲ ਸਾਂਝ ਪਾਈਏ। ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ।